ਅੱਗੋਂ ਘੋੜਿਆਂ ਨੂੰ ਹੀ ਝਟਕੀ ਜਾਂਦੇ ਆ, ਇੰਨੀ ਫੁਰਤੀ ਦਾ ਵਾਰ ਕਰਦੇ ਆ, ਘੋੜਿਆਂ ਦੇ ਮੂੰਹ ਵੱਢ ਦਿੰਦੇ ਆ ਤੇ ਤੁਰਕਾਂ ਨੂੰ ਵੱਢੀ ਜਾਂਦੇ ਆ। ਗਿਰੇ ਤਹੀਂ ਬਹੁ ਥੱਕ ਕੇ ਹਾਰੇ, ਬਹੁਤ ਸਾਰੇ ਤੁਰਕ ਉੱਥੇ ਡਿੱਗੇ ਹਨ, ਕਈਆਂ ਦੇ ਘੋੜੇ ਡਿੱਗੇ ਹਨ। ਕਿਸ਼ਕ ਗਿਰੇ ਵਹਿ ਆਪਸ ਮਾਹੇ, ਤੇ ਕਈ ਤੁਰਕ ਆਪਸ ਵਿੱਚ ਹੀ ਦਰੜੇ ਗਏ ਨੇ, ਕਿਉਂਕਿ ਉਹਨਾਂ ਦੀ ਭੀੜ ਜ਼ਿਆਦਾ ਸੀ, ਦੌੜਦੇ ਘੋੜੇ ਘੋੜਿਆਂ 'ਚ ਵੱਜਦੇ, ਹਨੇਰੇ ਕਰਕੇ ਡਿੱਗ ਪੈਂਦੇ। ਇਮ ਕਰ ਰੁਕ ਗਇਓ ਉਨ ਕੋ ਰਾਹੋ, ਇਸ ਤਰ੍ਹਾਂ ਖਾਲਸਾ ਜੀ ਉਹਨਾਂ ਦਾ ਰਾਹ ਰੁਕ ਗਿਆ ਇੱਕ ਵਾਰੀ ਤਾਂ। ਦੋਹਰਾ ਤਿਹ ਦੋਏ ਵੱਲ ਤੇ ਅੜ ਭਿੜੈ, ਗਿਰ ਗਿਰ ਰੁਕ ਗਈ ਠੌਰ। ਦੋਵੇਂ ਪਾਸਿਆਂ ਤੋਂ ਘੋੜੇ ਵੀ ਡਿੱਗੇ, ਜਵਾਨ ਵੀ ਡਿੱਗੇ ਤੇ ਧਰਤੀ ਰੁਕ ਗਈ, ਭਾਵ ਘੋੜੇ ਅੱਗੇ ਜਾਣ ਜੋਗੀ ਥਾਂ ਨਹੀਂ ਰਹੀ। ਕਰ ਕਰ ਹੱਲੇ ਜੇ ਅਵੈ ਪਰੈ ਉਨੈ ਪਰ ਧੌੜ, ਜੇ ਹੱਲੇ ਕਰ ਕਰਕੇ ਆਉਂਦੇ, ਉਹਨਾਂ ਦੇ ਘੋੜੇ ਠੁੱਡੇ ਖਾ ਕੇ ਖੇਤਾਂ 'ਚ ਡਿੱਗ ਪੈਂਦੇ। ਚਾਉ ਪਈ ਕਿਛ ਉਨ ਕੈ ਉਨ ਸ਼ਸਤਰ ਲਾਗੈ, ਕਈ ਉਹਨਾਂ ਦੇ ਸ਼ਸਤਰ ਉਹਨਾਂ ਨੂੰ ਹੀ ਲੱਗਣ ਲੱਗੇ। ਸ਼ਹੀਦੀ ਫੌਜਾਂ ਦੇ ਪਹਿਰੇ ਹੁੰਦੇ ਆ ਜਿਹੜੇ ਸਾਧ ਸੰਗਤ ਜੀ ਜੰਗ ਵਿੱਚ ਹੀ ਵਰਤਦੇ ਆ। ਜਦੋਂ ਧਰਮੀ ਯੋਧੇ ਲੜਦੇ ਆ, ਉੱਥੇ ਗੰਮੀ ਫੌਜਾਂ ਆ ਜਾਂਦੀਆਂ, ਇਹੋ ਜਿਹੀ ਖੇਡ ਵਰਤ ਜਾਂਦੀ ਆ ਵੀ ਉਹਨਾਂ ਨੂੰ ਸੁੱਝਦਾ ਹੀ ਕੁਝ ਨਹੀਂ। ਸੋ ਆਪਸ ਵਿੱਚ ਹੀ ਕਈ ਲੜਨ ਲੱਗ ਪਏ ਤੇ ਕਈ ਘੋੜਿਆਂ ਤੋਂ ਡਿੱਗ ਪਏ। ਕਿਛ ਸਿੰਘ ਭੀ ਮਾਰੇ ਹੋਏ ਆਗੈ, ਤੇ ਕਈ ਸਿੰਘ ਅੱਗੋਂ ਦੀ ਹੋ ਕੇ ਉਹਨਾਂ ਨੂੰ ਮਾਰਦੇ ਤੇ ਕੁਝ ਆਪਸ ਹੀ ਮਰੀ ਜਾਂਦੇ। ਦੋ ਤਰਫ ਤੇ ਮਚ ਗਇਓ ਘਾਣ, ਦੋਹਾਂ ਪਾਸਿਆਂ ਤੋਂ ਘਾਣ ਮਚ ਗਿਆ, ਲਹੂ ਤੇ ਮਿੱਝ ਦੇ ਨਾਲ ਧਰਤੀ ਲਾਲ ਹੋ ਗਈ। ਥਾਕ ਗਏ ਦਵਲੋਂ ਲਾਲਾ ਤਾਣ, ਜ਼ੋਰ ਲਾ ਲਾ ਕੇ ਦੋਹਾਂ ਪਾਸਿਆਂ ਦੇ ਸੂਰਮੇ ਥੱਕ ਗਏ, ਹੰਬ ਗਏ। ਧੀਰੀ ਧੀਰੀ ਵੱਲ ਦੋਉ ਤੇ ਹੋਈ, ਦੋਵਾਂ ਪਾਸਿਆਂ ਤੋਂ ਲੜਾਈ ਫਿਰ ਧੀਰੀ ਧੀਰੀ ਠੰਡੀ ਹੋ ਗਈ। ਜ਼ੋਰ ਜੋ ਲੱਗ ਗਿਆ, ਜਦੋਂ ਜ਼ੋਰ ਲੱਗ ਜਾਂਦਾ ਬੰਦੇ ਦੀਆਂ ਬਾਹਾਂ ਹੰਬ ਜਾਂਦੀਆਂ। ਤੁਰਕ ਵੀ ਥੋੜੇ ਠੰਡੇ ਪੈ ਗਏ, ਸਿੰਘਾਂ ਦਾ ਵੀ ਜ਼ੋਰ ਲੱਗ ਗਿਆ। ਸਿੰਘ ਹੈ ਹੀ ਥੋੜੇ ਸਨ, ਉਹ 22 ਸਨ, ਉਹ 2200 ਸਨ। ਮੁਕਾਬਲਾ ਹੀ ਬੜਾ ਅਜੀਬ ਸੀ, ਪਰ ਦੋਹਾਂ ਪਾਸਿਆਂ ਦਾ ਇੱਕ ਵਾਰੀ ਤਾਂ ਜ਼ੋਰ ਲੱਗ ਗਿਆ। ਛੋਟੀ ਹਥਿਆਰੀ ਆਵੈ ਨਾ ਕੋਈ, ਉਹ ਪਿਛਾਂ ਪਿਛਾਂ ਹੋ ਕੇ ਖਲੋ ਗਏ। ਛੋਟੇ ਹਥਿਆਰਾਂ ਦੇ ਨੇੜੇ ਨਹੀਂ ਆਉਂਦੇ, ਵੱਡੇ ਚਲਾਉਣ ਲੱਗੇ। ਵੱਡੇ ਦਾ ਮਤਲਬ ਕੀ ਹੈ ਵੀ ਦੂਰੋਂ ਗੋਲੇ ਚਲਾਉਣ ਲੱਗੇ, ਤੋਪਾਂ ਦੇ, ਤੀਰ ਕਮਾਨ ਜਾਂ ਬੰਦੂਕਾਂ। ਨੇੜੇ ਆ ਕੇ ਉਹਨਾਂ ਨੂੰ ਪਤਾ ਜੀ ਵੀ ਨੇੜੇ ਜਾਵਾਂਗੇ ਸਿੰਘ ਝਟਕ ਦੇਣਗੇ ਤਲਵਾਰ ਨਾਲ। ਤਲਵਾਰ ਦੇ ਸਿੰਘ ਧਨੀ ਹਨ, ਅਸਲਾ ਸਿੰਘਾਂ ਕੋਲ ਬਹੁਤਾ ਹੈ ਨਹੀਂ, ਇਸ ਕਰਕੇ ਉਹ ਸਿੰਘਾਂ ਨੂੰ ਦੂਰੋਂ ਹੀ ਮਾਰਨਾ ਚਾਹੁੰਦੇ ਆ। ਤੀਰ ਬੰਦੂਕ ਖੜ ਦੂਰੋਂ ਚਲਾਵੈ, ਉਹ ਦੂਰੋਂ ਬੰਦੂਕਾਂ ਦੇ ਤੀਰਾਂ ਨਾਲ ਗੋਲੀਆਂ ਤੀਰ ਚਲਾਉਣ ਲੱਗੇ। ਇਸ ਬਿਦ ਸਿੰਘਨ ਮਾਰ ਗਿਰਾਵੈ, ਏਦਾਂ ਸਿੰਘਾਂ ਨੂੰ ਮਾਰਦੇ ਹਨ ਗੋਲੀਆਂ ਨਾਲ ਦੂਰੋਂ ਹੀ। ਉਤੋਂ ਬੰਦੂਕ ਤਮਾਚੋ ਸਿੰਘਨ ਪਹਿਨਾਹੇ, ਸਿੰਘਾਂ ਕੋਲ ਬਹੁਤੀਆਂ ਬੰਦੂਕਾਂ, ਤਮੰਚੇ ਜਾਂ ਸ਼ਸਤਰ ਦੂਰ ਚਲਾਉਣ ਵਾਲੇ ਨਹੀਂ ਸਨ। ਪਰ ਉਨ ਕੀ ਗੋਲੀ ਲੰਘ ਉਨ ਪਰ ਪਾਹੇ, ਪਰ ਪਰਮੇਸ਼ਰ ਦੀ ਖੇਡ ਐਸੀ ਸੀ, ਉਹਨਾਂ ਦੀਆਂ ਤੁਰਕਾਂ ਦੀਆਂ ਗੋਲੀਆਂ ਤੁਰਕਾਂ ਨੂੰ ਹੀ ਲੱਗਣ ਲੱਗ ਪਈਆਂ। ਤਉ ਮੋਮਨ ਖਾਂ ਨੇੜੇ ਆਇਆ, ਤਾਂ ਮੋਮਨ ਖਾਂ ਆਪ ਅੱਗੇ ਵਧਿਆ। ਫਿਰ ਤਉ ਹੱਲਾ ਤਿਮ ਫੇਰ ਕਰਾਇਆ, ਉਹਨੇ ਫੇਰ ਇੱਕ ਬੜਾ ਭਾਰੀ ਹੱਲਾ ਮੋਮਨ ਖਾਂ ਨੇ ਕਰਵਾਇਆ। ਤਉ ਮੁਗਲ ਤੱਕੀ ਘੋੜਾ ਚਲਾਇਆ, ਤਾਂ ਉਸ ਵੇਲੇ ਉਹਦੇ ਨਾਲ ਸੀ ਇੱਕ ਤੱਕੀ ਬੇਗ ਮੁਗਲ, ਮੋਮਨ ਖਾਂ ਦਾ ਜਰਨੈਲ, ਜੂਨੀਅਰ ਜਰਨੈਲ ਕਹਿ ਲਓ। ਮੋਮਨ ਖਾਂ ਸਾਰਿਆਂ ਦਾ ਸੀਨੀਅਰ ਹੈ। ਉਸ ਤੋਂ ਛੋਟਾ ਸੀ ਤੱਕੀ ਬੇਗ। ਆਪਣੇ ਘੋੜੇ ਨੂੰ ਅੱਡੀ ਲਾ ਕੇ ਜ਼ੋਰ ਨਾਲ ਆ ਗਿਆ ਅੱਗੇ। ਕਹਾਂ ਤਾਰਾ ਸਿੰਘ ਪੁੱਛਤਾ ਆਇਆ, ਤੱਕੀ ਬੇਗ ਬੜਾ ਹੰਕਾਰਿਆ ਹੋਇਆ ਸੀ ਤੇ ਉਹ ਗਰਜ ਕੇ ਬੋਲਿਆ, ਉਹ ਤਾਰਾ ਸਿੰਘ ਕਿਹੜਾ ਤੁਹਾਡੇ ਚੋਂ? ਕਿੱਥੇ ਆ ਤਾਰਾ ਸਿੰਘ? ਮੇਰੇ ਸਾਹਮਣੇ ਆਵੇ ਤਾਰਾ ਸਿੰਘ। ਏਦਾਂ ਉਹਨੇ ਤਾਰਾ ਸਿੰਘ ਨੂੰ ਵੰਗਾਰਿਆ। ਹਾਂਜੀ, ਸਿੰਘ ਜੀ ਕਹਿਓ ਚੱਲ ਆਓ ਅਗਾਰੀ, ਬਾਬਾ ਤਾਰਾ ਸਿੰਘ ਅੱਗੋਂ ਬੋਲੇ, ਕਹਿੰਦਾ ਅੱਗੇ ਆ ਜਾ, ਖੜਾ ਤੇਰਾ ਸਿੰਘ, ਆ ਜਾ। ਜਦੋਂ ਏਦਾਂ ਗਰਜਿਆ ਤਾਰਾ ਸਿੰਘ, ਬੇਸ਼ੱਕ ਚਲਾਉ ਤੂੰ ਪਹਿਲੋਂ ਵਾਰੀ, ਕਹਾ ਪਹਿਲਾ ਵਾਰ ਤੂੰ ਕਰ ਲੈ ਮਦਾ, ਤੂੰ ਇਹ ਤੇਰੇ ਮਨ 'ਚ ਇਹ ਰਹਿ ਜੇ ਵੀ ਤਾਰਾ ਸਿੰਘ ਨੇ ਮੌਕਾ ਨਹੀਂ ਦਿੱਤਾ ਵਾਰ ਕਰਨ ਦਾ। ਛੇੜ ਘੋੜਾ ਉਨ ਤੀਰ ਚਲਾਇਆ, ਕਹਿੰਦੇ ਤੱਕੀ ਬੇਗ ਦੇ ਹੱਥ ਤੀਰ ਕਮਾਨ ਸੀ, ਉਹਨੇ ਘੋੜਾ ਛੇੜ ਕੇ ਬਾਬੇ ਤਾਰਾ ਸਿੰਘ ਨੂੰ ਨਿਸ਼ਾਨਾ ਬਣਾ ਕੇ ਤੀਰ ਛੱਡਿਆ। ਸੀਸ ਮੁੰਡਾ ਸੇ ਸਿੰਘ ਜੀ ਕੇ ਲਾਇਆ, ਬਾਬੇ ਤਾਰਾ ਸਿੰਘ ਦੇ ਦਮਾਲੇ ਜਿਹੜਾ ਫਰਲਾ ਹੁੰਦਾ, ਨਿਹੰਗ ਸਿੰਘਾਂ ਦੇ ਦਮਾਲੇ 'ਚੋਂ ਫਰਲਾ ਨਿਕਲਿਆ ਹੁੰਦਾ ਨਾ, ਉਹ ਫਰਲੇ 'ਚੋਂ ਤੀਰ ਵੱਜ ਕੇ ਪਾਰ ਲੰਘ ਗਿਆ। ਬਾਬਾ ਜੀ ਦਾ ਸਰੀਰ ਮਹਾਰਾਜ ਨੇ ਪੂਰੀ ਤਰ੍ਹਾਂ ਬਚਾ ਲਿਆ। ਹਾਂਜੀ, ਝਟ ਕਰ ਘੋੜੇ ਸਿੰਘ ਫੜ ਲਈ ਬਾਗ, ਤੇ ਬਾਬਾ ਜੀ ਬੜੇ ਫੁਰਤੀਲੇ ਸੀਗੇ, ਜਿਵੇਂ ਸ਼ੇਰ ਪੈਂਦਾ ਨਾ, ਏਦਾਂ ਪਏ ਤਾਰਾ ਸਿੰਘ ਜਾ ਕੇ ਤੇ ਘੋੜੇ ਦੀ ਵਾਗ ਫੜ ਲਈ, ਉਹਦਾ ਹੀ ਘੋੜਾ ਕਾਬੂ ਕਰ ਲਿਆ। ਤਿਸ ਹੁਤੋ ਨਾ ਗਾਤ ਸੰਜੋਏ ਬਿਨ ਨਾਗ, ਬਾਬੇ ਤਾਰਾ ਸਿੰਘ ਨੇ ਵੇਖਿਆ ਵੀ ਤੱਕੀ ਬੇਗ ਦਾ ਸਾਰਾ ਸਰੀਰ ਲੋਹੇ ਨਾਲ ਮੜਿਆ, ਸਿਰ ਤੇ ਲੋਹੇ ਦਾ ਟੋਪ ਹੈ, ਮੱਥੇ ਤੇ ਲੋਹੇਦਾਰ ਜਾਲੀ ਹੈ, ਆਹ ਗਰਦਨ ਦੇ ਉੱਤੇ ਵੀ ਲੋਹੇ ਦੀ ਜਾਲੀ ਦਾ ਉਹ ਝੱਲ ਛੁੱਟਿਆ ਹੁੰਦਾ, ਪਿਛਲੇ ਪਾਸੇ ਵੀ ਢਾਲ ਹੈ, ਸੰਜੋ ਪਾਈ ਹੋਈ ਹੈ, ਸਾਰਾ ਪਿੰਡਾ ਲੋਹੇ ਨਾਲ ਮੜਿਆ, ਲੋਹੇ ਦੇ ਦਸਤਾਨੇ ਪਾਏ ਹੋਏ ਆ,
ਲੱਤਾਂ ਦੀਆਂ ਪਿੰਨੀਆਂ ਨੂੰ ਵੀ ਲੋਹੇ ਦੇ ਉਹ ਸੰਜੋ ਪਾਈ ਹੋਈ ਹੈ। ਸਾਰਾ ਸਰੀਰ ਉਹਦਾ ਲੋਹੇ ਨਾਲ ਮੜਿਆ ਵੇਖਿਆ। ਦੋਹਰਾ ਬਿਨ ਸੰਜੋਏ ਇਸ ਮੁਗਲ ਕਾ, ਪਿੰਡਾ ਨਜ਼ਰ ਨਾ ਆਏ। ਬਾਬਾ ਜੀ ਨੇ ਅੱਖ ਦੇ ਫੋਰ ਵਿੱਚ ਹੀ ਸਮਝ ਲਿਆ ਵੀ ਇਹਦੇ ਸਰੀਰ 'ਚ ਖਾਲੀ ਥਾਂ ਕਿਹੜੀ ਹੈ ਜਿੱਥੇ ਹੁਣ ਤਲਵਾਰ ਮਾਰੀਏ। ਇੱਕ ਮੁਖ ਨੰਗਾ ਲਖ, ਪਿਪਲਾ ਦਇਓ ਤਸਾਏ। ਸਿਰਫ ਆਹ ਮਾੜੀ ਜੀ ਦੰਦਾਂ ਵਾਲੀ ਥਾਂ ਖਾਲੀ ਹੈ, ਬਾਕੀ ਸਾਰਾ ਲੋਹੇ ਨਾਲ ਮੜਿਆ। ਬਾਬਾ ਜੀ ਨੇ ਇੱਕ ਹੱਥ ਨਾਲ ਤਾਂ ਘੋੜਾ ਫੜਿਆ ਸੀ, ਦੂਜੇ ਨਾਲ ਤੇਗ ਮਿਆਨੋਂ ਕੱਢ ਕੇ ਸਿੱਧੀ ਉਹਦੇ ਮੂੰਹ ਦੇ ਵਿੱਚ ਮਾਰੀ। ਪਿਪਲਾ ਤਲਵਾਰ ਦੀ ਜਿਹੜੀ ਨੋਕ ਹੁੰਦੀ ਹੈ ਉਹਨੂੰ ਪਿਪਲਾ ਕਹਿੰਦੇ ਆ। ਤਲਵਾਰ ਦਾ ਪਿਪਲਾ ਦੰਦ ਭੰਨ ਕੇ ਧਸਾਤਾ ਅੰਦਰ। ਮੁੜਿਓ ਤੱਕੀ ਮੁਖ ਜ਼ਖਮ ਖਾ, ਮੋਮਨ ਲਿਓ ਪਛਾਣ। ਜਦੋਂ ਮੂੰਹ ਭਨਾ ਕੇ ਦੰਦ ਤੁੜਵਾ ਕੇ ਤੱਕੀ ਬੈਗ ਪਿਛਾਂ ਨੂੰ ਦੌੜਿਆ ਨਾ ਘੋੜਾ ਲੈ ਕੇ, ਤੇ ਹਾਥੀ ਤੇ ਬੈਠਾ ਮੋਮਨ ਖਾਂ ਬੋਲਿਆ, ਪੁੱਛੀ ਖਬਰ ਬੁਲਾਏ ਉਸ, ਕਹਾਂ ਖਾਏ ਮੁਖ ਪਾਨ। ਕਹਿਣ ਲੱਗਾ ਤੱਕੀ ਵੇਗ ਜੀ ਸਗੋਂ ਪਾਨ ਚ ਪਾ ਰਹੇ ਹੋ। ਉਹ ਮੂੰਹ ਤੇ ਖੂਨ ਜੋ ਵਗ ਰਿਹਾ ਸੀਗਾ, ਲਾਲ ਹੋਇਆ ਪਿਆ ਸੀ। ਮੋਮਨ ਖਾਂ ਕਹਿੰਦਾ ਪਾਨ ਖਾ ਰਹੇ ਹੋ ਖਾਨ ਸਾਹਿਬ? ਹਾਂਜੀ। ਚੌਪਈ ਤਉ ਤੱਕੀ ਨੇ ਮੋਮਨ ਸੁਨਾਈ, ਅੱਗੋਂ ਤੱਕੀ ਬੇਗ ਨੇ ਰੋਂਦੇ ਨੇ ਵਿਚਾਰੇ ਨੇ ਜਵਾਬ ਦਿੱਤਾ। ਅੱਗੇ ਤਾਰਾ ਸਿੰਘ ਬੈਠਾ ਬੀੜਾ ਬਣਾਈ। ਹਾਂ, ਅੱਗੇ ਤਾਰਾ ਸਿੰਘ ਬੀੜੇ ਵੰਡ ਰਿਹਾ। ਜੇ ਖਾਨ ਸਾਹਿਬ ਤੁਹਾਨੂੰ ਸ਼ੌਂਕ ਹੈ ਤੇ ਤੁਸੀਂ ਵੀ ਮੂੰਹ ਮਿੱਠਾ ਕਰ ਆਓ। ਅੱਗੇ ਵਰਤਾਂਦਾ ਪਿਆ ਉਹ ਬੀੜੇ ਪਾਨਾਂ ਦੇ। ਹਾਂਜੀ। ਹੋਏ ਹਿੰਮਤ ਤਉ ਅੱਗੇ ਹੋਏ ਖਾਵੋ, ਹਾਂ, ਅੱਗੇ ਹੋ ਕੇ ਖਾ ਲੈ ਤੂੰ ਵੀ, ਤੈਨੂੰ ਵੀ ਚਬਾ ਦੇਵੇਗਾ ਪਾਨ। ਦੂਰ ਖੜੇ ਕਿਆ ਬਾਤ ਬਣਾਵੋ। ਹਾਂ, ਦੂਰ ਖੜੇ ਗੱਲਾਂ ਕਰਦੇ ਹੋ ਖਾਨ ਸਾਹਿਬ, ਅੱਗੇ ਜਾ ਕੇ ਵੇਖੋ ਤੇ ਸਹੀ ਕਿਹੜੇ ਭਾਅ ਵਿਖਦੀ ਪਈ ਉੱਥੇ, ਕੀ ਹਾਲ ਬਣ ਰਿਹਾ। ਇਤ ਹੁਤੋ ਚੇਲੋ ਉਸ ਪਹਿ ਖਲੋ, ਉਹਦਾ ਇੱਕ ਹੋਰ ਜਰਨੈਲ ਜੂਨੀਅਰ ਖੜਾ ਸੀਗਾ। ਸੁਣ ਵਹਿ ਸਿੰਘਨ ਪਰ ਧਾਏ ਚੱਲੋ। ਉਹਨੂੰ ਬੜਾ ਜੋਸ਼ ਆਇਆ ਵੀ ਹੈਂ ਜੇ ਤਾਰਾ ਸਿੰਘ ਕੌਣ ਹੈ, ਦੇਖਾਂ ਤਾਂ ਸਹੀ ਮੈਂ ਜਾ ਕੇ। ਉਹ ਮੋਮਨ ਖਾਂ ਦਾ ਦੂਜਾ ਜਰਨੈਲ, ਦੂਜਾ ਜੂਨੀਅਰ ਅਫਸਰ ਕਹਿ ਲੋ, ਮੋਮਨ ਖਾਂ ਤੋਂ ਛੋਟਾ, ਉਹ ਵੀ ਆਇਆ ਆਪਣੇ ਹਾਥੀ ਤੇ। ਕਹੈ ਮਹਾਵਤ ਦਇਓ ਹਾਥੀ ਪਿਲਾਏ। ਉਹਨੇ ਆਪਣੇ ਮਹਾਵਤ ਨੂੰ ਆਖਿਆ ਵੀ ਹਾਥੀ ਅੱਗੇ ਕਰ। ਉਹ ਹਾਥੀ ਤੇ ਬੈਠਾ ਸੀ ਦੂਜਾ ਜਰਨੈਲ, ਇਹਦਾ ਘੋੜੇ ਤੇ ਸੀ ਤੱਕੀ ਬੇਗ, ਤੇ ਜਿਹੜਾ ਉਹਦਾ ਨਾਲ ਦਾ ਸੀ ਉਹ ਹਾਥੀ ਤੇ ਸੀ। ਉਹ ਆਪਣਾ ਹਾਥੀ ਅੱਗੇ ਲੈ ਕੇ ਆਇਆ ਵੀ ਮੈਂ ਸਿੰਘਾਂ ਦੇ ਉੱਤੇ ਹਾਥੀ ਚੜਾ ਦਿਆਂਗਾ। ਹਾਥੀ ਦੇ ਅੱਗੇ ਬੰਦਾ ਕੀ ਕਰ ਸਕਦਾ, ਤੇ ਹਾਥੀ ਪੈਰਾਂ ਦੇ ਥੱਲੇ ਦਲ ਕੇ ਸਿੰਘਾਂ ਨੂੰ ਮਾਰ ਦੇਗਾ ਤੇ ਉੱਤੋਂ ਮੈਂ ਤੀਰਾਂ ਗੋਲੀਆਂ ਨਾਲ ਮਾਰਾਂਗਾ। ਉਹ ਜਰਨੈਲ ਬੜੇ ਜੋਸ਼ ਵਿੱਚ ਆ ਕੇ ਫਿਰ ਸਿੰਘਾਂ ਵੱਲ ਵਧਿਆ। ਹਾਂਜੀ। ਦੋਏ ਦੋਏ ਤੀਰ ਫੜ ਦਏ ਚਲਾਏ। ਉਹ ਇੰਨਾ ਤੀਰ ਅੰਦਾਜ਼ ਸੀ ਵੀ 2 ਤੀਰ ਇਕੱਠੇ ਚਲਾ ਦਿੰਦਾ ਸੀਗਾ। 2 ਤੀਰ ਇਕੱਠੇ ਕੱਢਣੇ, ਇਕੱਠੇ ਕਰਨੀ ਪਾਣੀ, ਇਕੱਠੇ ਖਿੱਚ ਦੇਣੇ, ਚਲਾ ਦੇਣੇ, ਕੋਈ ਤੇ ਲੱਗੇਗਾ ਨਾ ਅੱਗੇ। ਉਹ ਇੱਦਾਂ, ਇਹ ਵੀ ਸਾਧ ਸੰਗਤ ਜੀ ਇੱਕ ਵਿਦਿਆ ਹੈ। ਕਹਿੰਦੇ ਔਰੰਗਜ਼ੇਬ 3 ਤੀਰ ਇਕੱਠੇ ਚਲਾ ਦਿੰਦਾ ਸੀਗਾ। 3 ਤੀਰ ਇਕੱਠੇ ਪਾ ਕੇ, ਇੰਨਾ ਸ਼ਸਤਰ ਵਿਦਿਆ ਦਾ ਮਾਹਰ ਸੀ ਔਰੰਗਜ਼ੇਬ ਬਾਦਸ਼ਾਹ, 3 ਚਲਾ ਦਿੰਦਾ ਸੀਗਾ। ਔਰ ਉਹਦੀ ਵਿਦਿਆ ਸੀ ਵੀ ਜਿੱਥੇ ਉਹ ਸੋਚਦਾ ਸੀ 3 ਨਿਸ਼ਾਨਿਆਂ ਤੇ ਵੱਜਦੇ ਸੀਗੇ ਵੱਖਰੇ ਵੱਖਰੇ। ਸ੍ਰੀ ਕਲਗੀਧਰ ਪਿਤਾ ਜੀ ਮਹਾਰਾਜ 5 ਇਕੱਠੇ ਚਲਾ ਦਿੰਦੇ ਸੀਗੇ। 5 ਪਾ ਕੇ 5 ਤੀਰ ਛੱਡਣੇ ਆ, 5 ਵੱਖਰੇ ਵੱਖਰੇ ਨਿਸ਼ਾਨਿਆਂ ਦੇ, ਜਿੱਥੇ ਜਿੱਥੇ ਸੋਚਣਾ ਉੱਥੇ ਜਾ ਕੇ ਵੱਜਣੇ ਆ। ਇਹਨੂੰ ਸ਼ਬਦ ਬੇਦੀ ਬਾਣ ਕਹਿੰਦੇ ਆ। ਵਿਦਿਆ ਦਾ ਕੋਈ ਅੰਤ ਨਹੀਂ ਹੈ। ਸੋ ਉਹ ਵੀ 2 ਤੀਰ ਚਲਾਣੇ ਜਾਣਦਾ ਸੀਗਾ। ਆਇਆ ਘੋੜੇ ਤੇ ਹਾਥੀ ਤੇ, ਸਿੰਘਾਂ ਵੱਲ ਤੀਰਾਂ ਦੀ ਵਰਖਾ ਕਰਨ ਲੱਗਾ। ਕਹੈ ਮਹਾਵਤ ਉਨ ਹਾਥੀ ਤੁਰਵਾਇਓ। ਮਹਾਵਤ ਨੇ ਹਾਥੀ ਤੋੜ ਦਿੱਤਾ ਅੱਗੇ। ਫਟੇ ਥੱਕੇ ਉਨ ਸਿੰਘਨ ਤਕਾਇਓ। ਸਿੰਘ ਵਿਚਾਰੇ ਫੱਟੇ ਥੱਕੇ ਟੁੱਟੇ ਰਾਤ ਦੇ ਜੰਗ ਕਰੀ ਜਾਂਦੇ ਸੀਗੇ, ਤੇ ਉਹ ਇਹ ਸੋਚ ਕੇ ਵੀ ਇਹ ਹੁਣ ਜਿਹੜੇ 5-7 ਰਹਿ ਗਏ ਆ ਇਹ ਮੈਂ ਮਾਰ ਲੈਣੇ ਆ। ਉਹ ਆ ਗਿਆ ਅੱਗੇ। ਹੁਣ ਜਾਣਿਓ ਮੈਂ ਉੱਚੇ ਥਾਏ। ਨਾਲੇ ਉਹਨੂੰ ਇਹ ਸੀ ਮੈਂ ਹਾਥੀ ਦੇ ਉੱਤੇ ਬੈਠਾ, ਮੇਰਾ ਕੀ ਵਿਗਾੜ ਲੈਣਗੇ ਇਹ। ਦੇਊਂਗੋ ਹਾਥੀਓਂ ਸਿੰਘਨ ਮਿਧਾਏ। ਮੈਂ ਆਪਣੇ ਹਾਥੀ ਤੋਂ ਸਿੰਘਾਂ ਨੂੰ ਪੈਰਾਂ ਥੱਲੇ ਮਸਲ ਕੇ ਮਰਵਾ ਦਿਆਂਗਾ। ਸਿੰਘ ਪੈਰਾਂ ਥੱਲੇ ਆ ਕੇ ਮਰ ਜਾਣਗੇ ਹਾਥੀ ਦੇ। ਦੇਖ ਥੋੜੇ ਸਿੰਘ ਲਾਲੀ ਆਈ। ਉਹਨੂੰ ਸਿੰਘ ਥੋੜੇ ਸਿੰਘ ਨਜ਼ਰ ਆਏ ਵੀ ਸਿੰਘ ਤਾਂ ਥੋੜੇ ਨੇ। ਉਹਨੂੰ ਇਹ ਬੜੀ ਲਾਲੀ ਆਈ ਵੀ ਮੈਂ ਮਾਰ ਕੇ ਹੁਣੇ ਮੋਰਚਾ ਦੇ ਇਨਾਮ ਲਵਾਂਗਾ। ਗਿਰਦੇ ਦੇਖਿਓ ਉਨ ਹਾਥੀ ਘੁਮਾਈ। ਉਹਨੇ ਆਪਣਾ ਹਾਥੀ ਘੁਮਾਇਆ ਨਾ, ਜਦੋਂ ਆਲੇ ਦੁਆਲੇ ਡੇਰਾ ਵੇਖਿਆ, ਕੋਈ ਬਹੁਤਾ ਵੱਡਾ ਕਿਲਾ ਤਾਂ ਹੈ ਨਹੀਂ ਸੀਗੇ, 5-7 ਕਮਰੇ ਸੀ ਛੋਟੇ ਮੋਟੇ ਸਿੰਘਾਂ ਦੇ। 1-2 ਚੁਬਾਰੇ ਸੀਗੇ, ਇੱਕ 'ਚ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਦੇ ਸੀ, ਬਾਕੀ ਲੰਗਰ ਪਾਣੀ ਦਾ ਥੋੜਾ ਜਿਹਾ ਉਹਨਾਂ ਦਾ ਜੁਗਾੜ ਬਣਾਇਆ ਹੋਇਆ ਸੀ। ਸਿੰਘਾਂ ਦਾ ਡੇਰਾ ਸੀਗਾ, ਛਾਉਣੀ ਸੀ।
ਸੋ ਉਹ ਵੇਖਿਆ ਵੀ ਇੱਥੇ ਕੋਈ ਬਹੁਤਾ ਵੱਡੀ ਗੱਲ ਨਹੀਂ, ਉਹਨੇ ਸਿੰਘ ਵੀ ਗਿਣ ਲਏ, 5-10 ਸਾਰੇ ਰਹਿ ਗਏ ਆ, 5-10 ਸ਼ਹੀਦ ਹੋ ਗਏ। ਹਾਂਜੀ, ਵਹੁ ਮਾਰੈ ਦੋਏ ਦੋਏ ਢੁਕ ਤੀਰ, ਉਹ 2-2 ਤੀਰ ਇਕੱਠੇ ਹੀ ਛੱਡੀ ਜਾਂਦਾ ਹਾਥੀ ਦੇ ਉੱਤੇ ਬੈਠਾ, ਵਹਿ ਤੋ ਕਹਾਵਤ ਬੜ ਸੂਰ ਬੀਰ, ਔਰ ਆਪਣੇ ਆਪ ਨੂੰ ਬੜਾ ਸੂਰਬੀਰ ਕਹਾਉਂਦਾ ਸੀ ਉਹ। ਦੋਹਰਾ ਤਉ ਭੀਮਾ ਸਿੰਘ ਕਰ ਖੁਸ਼ੀ, ਪਰਿਓ ਛੇਰ ਜਿਮ ਧਾਏ। ਹੁਣ ਹਾਥੀ ਆ ਗਿਆ ਡੇਰੇ ਦੇ ਵਿੱਚ, ਨੇੜੇ ਆ ਗਿਆ ਜਿੱਥੇ ਸਿੰਘ ਖੜੇ ਸੀ, ਉੱਥੇ ਹਾਥੀ ਪਹੁੰਚ ਗਿਆ। ਉੱਤੇ ਉਹ ਜਰਨੈਲ ਬੈਠਾ, ਮੋਮਨ ਖਾਂ ਦਾ ਖਾਸ ਸੀਨੀਅਰ ਅਫਸਰ, ਬਹੁਤ ਵੱਡਾ ਜਰਨੈਲ। ਇਹ ਫਿਰ ਜਦੋਂ ਭੀਮਾ ਸਿੰਘ ਨੇ ਵੇਖਿਆ ਨਾ ਵੀ ਹਾਥੀ ਆ ਗਿਆ, ਭੀਮਾ ਸਿੰਘ ਬੜੀ ਫੁਰਤੀ ਨਾਲ ਜਿਵੇਂ ਸ਼ੇਰ ਹਾਥੀ ਤੇ ਪੈਂਦਾ ਨਾ, ਇਦਾਂ ਜਾ ਪਿਆ। ਫੜ ਉਨ ਹਾਥੀ ਕੰਨ ਦੱਬਿਓ, ਤੁਰਤ ਹੈ ਲਿਓ ਬਹਾਏ। ਭੀਮਾ ਸਿੰਘ ਨੂੰ ਉਹ ਵਿਦਿਆ ਆਉਂਦੀ ਸੀ ਵੀ ਹਾਥੀ ਨੂੰ ਬਿਠਾਣਾ ਕਿਵੇਂ ਹੈ ਤੇ ਖੜਾਣਾ ਕਿਵੇਂ ਹੈ। ਉਹ ਕੰਨ ਦੇ ਕੋਲ ਨਸ ਹੁੰਦੀ ਹੈ, ਉਹਨੂੰ ਦੱਬ ਦਈਏ ਤੇ ਉਹ ਬਹਿ ਜਾਂਦਾ, ਉਹਨੂੰ ਚੱਕ ਦਈਏ ਤੇ ਉਹ ਉੱਠ ਪੈਂਦਾ। ਉਹਨੇ ਹਾਥੀ ਦੇ ਕੰਨ ਦੇ ਜਾ ਕੇ ਉਹ ਕੰਨ ਦਬਾ ਦਿੱਤਾ, ਕੰਨ ਮਰੋੜ ਦਿੱਤਾ ਉਹਦਾ। ਜਦੋਂ ਹਾਥੀ ਦਾ ਕੰਨ ਦਬਾਇਆ ਤੇ ਹਾਥੀ ਗੋਡੇ ਅਗਲੇ ਥੱਲੇ ਸਿੱਟ ਗਿਆ, ਉਹ ਬਹਿ ਗਿਆ ਹਾਥੀ। ਚਾਉ ਪਈ ਤਉ ਸਿੰਘ ਕੀਓ ਮਹਾਵਤ ਪਰਵਾਰ, ਤੇ ਭਾਈ ਭੀਮਾ ਸਿੰਘ ਨੇ ਹਾਥੀ ਬਹਾ ਕੇ ਨਾ ਉਹਦੇ ਹਾਥੀ ਦੇ ਸਿਰ ਦੇ ਉੱਤੇ ਹੀ ਮਹਾਵਤ ਬੈਠਾ ਹੁੰਦਾ। ਤੁਸੀਂ ਵੇਖਿਆ ਹੀ ਹੈ ਵੀ ਹਾਥੀ ਨੂੰ ਚਲਾਉਣ ਵਾਲਾ ਹਾਥੀਵਾਨ ਜਿਹੜਾ ਮਹਾਵਤ, ਉਹਦੇ ਸਿਰ ਦੇ ਉੱਪਰ ਹੀ ਬੈਠਾ ਹੁੰਦਾ ਤੇ ਉਹਦੇ ਹੱਥ ਵਿੱਚ ਇੱਕ ਬਰਛੀ ਵਰਗਾ ਕੁੰਡਾ ਹੁੰਦਾ, ਉਹਨੂੰ ਅੰਕੁਸ਼ ਕਹਿੰਦੇ। ਉਹ ਜਿੱਧਰ ਜਿੱਧਰ ਘੁਮਾਉਂਦਾ ਉਹਦੇ ਹਿਸਾਬ ਨਾਲ ਸੱਟ ਮਾਰ ਕੇ ਉਹਨੂੰ ਬਿਠਾਣਾ ਹੋਵੇ, ਖੜਾਣਾ ਹੋਵੇ, ਸੱਜੇ ਖੱਬੇ ਜੋ ਇਸ਼ਾਰਾ ਕਰਦਾ ਹਾਥੀ ਉਧਰ ਜਾਂਦਾ। ਭਾਈ ਭੀਮਾ ਸਿੰਘ ਨੇ ਇੱਕ ਹੱਥ ਨਾਲ ਤੇ ਕੰਨ ਮਰੋੜਿਆ ਹਾਥੀ ਦਾ, ਤੇ ਦੂਜੇ ਨਾਲ ਤਲਵਾਰ ਕੱਢ ਕੇ ਮਹਾਵਤ ਨੂੰ ਮਾਰੀ। ਉਨ ਡਾਹਿਓ ਅੰਕੁਸ਼ ਲੱਗ ਟੁੱਟੀ ਤਲਵਾਰ, ਪਰ ਅੱਗੋਂ ਮਹਾਵਤ ਵੀ ਫੁਰਤੀਲਾ ਸੀ, ਉਹਨੇ ਆਪਣਾ ਅੰਕੁਸ਼ ਹੀ ਅੱਗੇ ਕਰ ਦਿੱਤਾ ਆਪਣਾ ਬਚਾਅ ਕਰਨ ਲਈ। ਭਾਈ ਭੀਮਾ ਸਿੰਘ ਦੀ ਤਲਵਾਰ ਉਹਦੇ ਲੋਹੇ ਦੇ ਅੰਕੁਸ਼ ਤੇ ਵੱਜ ਕੇ ਟੁੱਟ ਗਈ। ਅੱਧੀ ਰਹੀ ਸੰਗ ਮਾਰੈ ਮਹਾਵਤ, ਅੱਧੀ ਤਲਵਾਰ ਰਹਿ ਗਈ, ਪਰ ਭੀਮਾ ਸਿੰਘ ਨੇ ਹੌਸਲਾ ਨਹੀਂ ਹਾਰਿਆ, ਅੱਧੀ ਨਾਲ ਹੀ ਮਹਾਵਤ ਦਾ ਸਿਰ ਲਾਹ ਦਿੱਤਾ। ਸੋ ਗਇਓ ਗਸ਼ੀ ਅੰਕਸ ਲਾਵਤ, ਉਹ ਤਾਂ ਡਿੱਗ ਪਿਆ ਥੱਲੇ, ਮਹਾਵਤ ਤੇ ਮਰ ਗਿਆ ਤੇ ਹਾਥੀ ਕਾਬੂ ਕਰ ਲਿਆ। ਦੇਖ ਤਾਰੈ ਸਿੰਘ ਮਦਦ ਕਰਾਈ, ਇਧਰੋਂ ਤਾਰਾ ਸਿੰਘ ਨੇ ਵੇਖਿਆ ਵੀ ਅੱਧਾ ਕੰਮ ਹੋ ਚੱਲਿਆ, ਅੱਧਾ ਰਹਿ ਚੱਲਿਆ, ਉਹ ਵੀ ਪਿੱਛੋਂ ਭੱਜ ਕੇ ਆਇਆ। ਲਖਮੀਰ ਸਿੰਘ ਸੋ ਕਹਿਓ ਸੁਨਾਈ, ਉਹਨੇ ਲਖਮੀਰ ਸਿੰਘ ਨੂੰ ਹੱਲਾਸ਼ੇਰੀ ਦਿੱਤੀ, ਲਖਮੀਰ ਸਿੰਘ ਨੂੰ ਆਵਾਜ਼ ਮਾਰੀ ਤਾਰਾ ਸਿੰਘ ਨੇ। ਜਦ ਅਸੀਂ ਤੁਸੀਂ ਹੁਤੋ ਮੰਜੀ ਚਰਾਵਤ, ਇਹ ਮਾਝੇ ਦੀ ਬੋਲੀ ਅਸੀਂ ਤੁਸੀਂ। ਕਹਿੰਦੇ ਲਖਮੀਰ ਸਿਆਂ, ਉਹ ਅਸੀਂ ਜਦੋਂ ਛੋਟੇ ਹੁੰਦੇ ਮੱਝਾਂ ਚਰਾਉਂਦੇ ਹੁੰਦੇ ਸੀ ਇਕੱਠੇ ਖੇਤਾਂ ਵਿੱਚ। ਤੂੰ ਹੁਤੋ ਮੰਜੀ ਦੋਏ ਦੋਏ ਟੱਪ ਜਾਵਤ, ਲਖਮੀਰ ਸਿਆਂ ਉਦੋਂ 2 ਮੱਝਾਂ ਤੋਂ ਟੱਪ ਜਾਂਦਾ ਹੁੰਦਾ ਸੀ। ਉਹ ਬਚਪਨ ਦੀਆਂ ਗੱਲਾਂ, ਜਦੋਂ ਬੰਦੇ ਬੱਚੇ ਹੁੰਦੇ ਆ ਨਾ 15-16 ਸਾਲ ਦੇ, ਉਹ ਛਾਲਾਂ ਮਾਰ ਜਾਂਦੇ ਆ। ਤੇ ਉਹ ਦੋਵੇਂ ਇਕੱਠੇ ਸੀ, ਸੁਨਹਿਰੀਏ ਸੀਗੇ ਭਰਾ। ਉਹ ਕਹਿੰਦਾ ਤੂੰ ਛੋਟਾ ਹੁੰਦਾ ਮੈਂ ਵੇਖਿਆ ਵੀ ਤੂੰ 2 ਮੱਝਾਂ ਟੱਪ ਜਾਂਦਾ ਸੀ ਛਾਲ ਮਾਰ ਕੇ। ਅਬ ਕਟਾ ਤੁਰਕਨ ਕਾ ਕਿਤਨਕ ਬਲਾਏ, ਜੇ ਆਪਾਂ 2-2 ਮੱਝਾਂ ਟੱਪ ਜਾਂਦੇ ਸੀ, ਇਹ ਕੱਟਾ ਤੁਰਕਾਂ ਦਾ ਕਿਹੜੀ ਚੀਜ਼ ਆ। ਲਖਮੀਰ ਸਿੰਘ ਨੂੰ ਭਾਈ ਸਾਹਿਬ, ਭਾਈ ਤਾਰਾ ਸਿੰਘ ਜੀ ਕਹਿ ਰਹੇ ਨੇ, ਜਥੇਦਾਰ ਜੀ ਕਹਿੰਦੇ ਆਪਾਂ 2 ਮੱਝਾਂ 'ਚ ਟੱਪ ਜਾਂਦੇ ਸੀ, ਤੁਰਕਾਂ ਦਾ ਇਹ ਕੱਟਾ ਕੀ ਬੁਲਾ ਆਪਣੇ ਸਾਹਮਣੇ। ਹਾਂਜੀ, ਮਾਰ ਤੁਰਕ ਤੂੰ ਉੱਪਰ ਜਾਏ, ਮਾਰ ਛਾਲ ਤੁਰਕ ਦਾ ਲਾਹ ਦੇ ਸਿਰ ਅੱਗੇ ਹੋ ਕੇ। ਅੱਗਿਓਂ ਲਖਮੀਰ ਸਿੰਘ ਜੀ ਸੋ ਕਹੀ, ਅੱਗੇ ਬਾਬਾ ਲਖਮੀਰ ਸਿੰਘ ਤਾਰਾ ਸਿੰਘ ਨੂੰ ਕਹਿਣ ਲੱਗਾ, ਮੇਰੇ ਭੀ ਮਨ ਥੀ ਗੱਲ ਜਹੀ, ਬਾਬਾ ਜੀ ਮੇਰੇ ਮਨ 'ਚ ਵੀ ਇਹੀ ਆ ਰਹੀ ਸੀ ਵੀ ਇਹਦੀ ਸੇਵਾ ਮੈਨੂੰ ਹੀ ਬਖਸ਼ੋ। ਮੋਹ ਪਰ ਤਨਕ ਆਗਿਆ ਜੇ ਹੋਏ, ਤੁਹਾਡੀ ਆਗਿਆ ਚਾਹੀਦੀ ਸੀ, ਤੁਸੀਂ ਜਥੇਦਾਰ ਹੋ। ਮੈਂ ਮਾਰ ਦਿਖਾਉਂ ਤੁਰਕੈ ਸੋਏ, ਹੁਣੇ ਮੈਂ ਇਹਨੂੰ ਝਟਕ ਕੇ ਦਿਖਾਉਂਦਾ ਹਾਂ। ਕਿਤਨਕ ਕਹਿ ਸਿੰਘ ਕੀਨੀ ਧਾਈ, ਵੇ ਇੰਨੀ ਕਹਿੰਦੇ ਸਿੰਘ ਪੈ ਗਿਆ ਜਾ ਕੇ। ਜਿਮ ਪਰੈ ਕੁੰਜਨ ਪਰ ਬਹਿਰੀ ਜਾਈ, ਜਿਵੇਂ ਬਾਜ ਆਪਣੇ ਸ਼ਿਕਾਰ ਤੇ, ਬਹਿਰੀ ਆਪਣੇ ਸ਼ਿਕਾਰ ਤੇ ਕੂੰਜਾਂ ਦੇ ਪੈਂਦੀ ਹੈ। ਦੋਹਰਾ ਫੜ ਨੇਜਾ ਸਿੰਘ ਕੁਦ ਪਰਿਓ, ਸੋ ਹੈ ਚੇਲੇ ਕੋ ਲਲਕਾਰ, ਉਹ ਨੇਜਾ ਸੀ ਲਖਮੀਰ ਸਿੰਘ ਦੇ ਹੱਥ, ਬੜਾ ਕਮਾਲ ਦਾ ਤਿੱਖਾ ਬਰਛਾ ਲੈ ਕੇ ਪਿਆ ਜਦੋਂ ਉੱਪਰ। ਉਤ ਵੱਲ ਤੇ ਉਨ ਭੀ ਕਰੀ, ਮਾਰੈ ਮਾਰ ਪੁਕਾਰ, ਅੱਗੋਂ ਉਹ ਜਰਨੈਲ ਵੀ ਅਕਸਰ ਯੋਧਾ ਸੀਗਾ, ਉਹਨੇ ਵੀ ਵਾਰ ਕੀਤਾ ਅੱਗੋਂ ਦੀ। ਚਾਉ ਪਈ ਤਉ ਲਖਮੀਰ ਸਿੰਘ ਜਾਏ ਸੰਭਾਰਾ, ਉਹਦਾ ਵਾਰ ਲਖਮੀਰ ਸਿੰਘ ਨੇ ਰੋਕ ਲਿਆ, ਜਾਏ ਚੇਲੇ ਕੋ ਮੋਢਾ ਮਾਰਾ, ਔਰ ਜਾ ਉਹਨੂੰ ਮੋਢਾ ਮਾਰਿਆ। ਗਇਓ ਨੇਜਾ ਉਸ ਮੋਢਾ ਚੀਰ, ਉਹਦੇ ਮੋਢੇ ਵਿੱਚ ਮਾਰ ਕੇ ਬਰਛਾ ਦੇ ਪਾਰ ਲੰਘਾ ਦਿੱਤਾ। ਫੜ ਹੋਏ ਤਲਵਾਰ ਨਾ ਚੱਲੈ ਤੀਰ, ਉਸ ਵੇਲੇ ਨਾ ਹੁਣ ਮੋਢਾ ਜਦੋਂ ਰਹਿ ਜੇ ਤੇ ਨਾ ਤਲਵਾਰ ਚੱਲੇ ਨਾ ਤੀਰ ਚੱਲੇ, ਬੇਕਾਰ ਹੋ ਗਿਆ, ਹੱਥ ਉਹਦਾ ਕੰਮ ਕਰਨ ਤੋਂ ਹਟ ਗਿਆ। ਇੱਕ ਦੋਏ ਸਿੰਘ ਮਦਦ ਔਰ ਆਏ,
ਇੱਕ ਦੋ ਸਿੰਘ ਹੋਰ ਆ ਗਏ। ਹੁਣ ਹਾਥੀ ਗਿਰਦਿਓ ਔਰ ਹਟਾਏ। ਉਹਨੇ ਹਾਥੀ ਦੇ ਆਲੇ ਦੁਆਲੇ ਜਿਹੜੀ ਉਹਦੀ ਫੌਜ ਸੀ ਨਾ ਤੁਰਕਾਂ ਦੀ, ਉਹਨਾਂ ਸਿੰਘਾਂ ਨੇ ਰੋਕ ਲਈ ਵੀ ਲਖਮੀਰ ਸਿੰਘ ਨੂੰ ਆਰਾਮ ਨਾਲ ਕੰਮ ਕਰ ਲੈਣ ਦਿਓ ਇਹਦਾ। ਹਾਂਜੀ, ਤਉ ਲਖਮੀਰ ਸਿੰਘ ਕੋ ਦਾਉ ਲੱਗ ਗਇਓ। ਜਦੋਂ ਆਲੇ ਦੁਆਲਿਆਂ ਵੱਲੋਂ ਲਖਮੀਰ ਸਿੰਘ ਵਿਹਲਾ ਹੋਇਆ, ਉਹਦਾ ਸਾਰਾ ਧਿਆਨ ਉਸ ਜਰਨੈਲ ਤੇ ਲੱਗ ਗਿਆ। ਫੜ ਰੱਸਾ ਹਾਥੀ ਪਰ ਗਇਓ। ਉਹ ਰੱਸਾ ਫੜ ਕੇ ਹਾਥੀ ਦੇ ਉੱਤੇ ਜਾ ਚੜਿਆ। ਮਾਰ ਤਲਵਾਰ ਚੇਲਾ ਡਾਰ ਦਇਓ। ਉਹਦਾ ਮੋਢਾ ਦੇ ਅੱਗੇ ਹੀ ਬਰਛੇ ਨਾਲ ਕਰਤਾ ਸੀ ਵੀ ਤੇਗ ਧੂ ਕੇ ਉਹਦਾ ਸਿਰ ਲਾ ਲਿਆ। ਹਾਥੀ ਤੋਰ ਵੱਲ ਸਿੰਘਨ ਦਇਓ। ਔਰ ਹਾਥੀ ਤੋੜ ਦਿੱਤਾ। ਸਿੰਘ ਜੀ ਕਹਿਓ ਹਾਥੀ ਕਿਹ ਕਾਮਨ। ਲਖਮੀਰ ਸਿੰਘ ਕਹਿਣ ਲੱਗਾ, ਬਾਬਾ ਜੀ ਹਾਥੀ ਆ ਗਿਆ ਤੁਰਕਾਂ ਦਾ ਕਾਬੂ, ਹੁਣ ਆਪਾਂ ਹਾਥੀ ਨਹੀਂ ਦੇਣਾ ਵਾਪਸ। ਦੇਖੋ ਖੇਡਾਂ ਖਾਲਸੇ ਦੀਆਂ, ਕਿੰਨੇ ਉਹ ਸ਼ਹੀਦੀ ਦਾ ਸਮਾਂ ਹੈ ਤੇ ਅਜੇ ਵੀ ਲੀਲਾ ਕਰ ਰਹੇ ਨੇ। ਕਹਿੰਦਾ ਹਾਥੀ ਆ ਗਿਆ ਅੱਜ ਖਾਲਸੇ ਕੋਲ, ਹਾਥੀ ਮਿਲ ਗਿਆ ਆਪਾਂ ਨੂੰ, ਆਪਾਂ ਹਾਥੀਆਂ ਦੀ ਸਵਾਰੀ ਕਰਿਆ ਕਰਾਂਗੇ ਹੁਣ। ਲਓ ਬਾਬਾ ਜੀ ਹਾਥੀ ਸਾਂਭੋ। ਲਖਮੀਰ ਸਿੰਘ ਨੇ ਹਾਥੀ ਡੇਰੇ ਵੱਲ ਤੋਰ ਲਿਆ। ਹਾਂਜੀ, ਹਮ ਅਨੇਕ ਬਖਸ਼ਾਂਗੇ ਗੁਲਾਮਨ। ਅੱਗੋਂ ਬਾਬਾ ਤਾਰਾ ਸਿੰਘ ਕੀ ਬੋਲੇ ਸੁਣੋ। ਕਹਿੰਦੇ ਲਖਮੀਰ ਸਿੰਘ ਜੀ ਇਹ ਇੱਕ ਹਾਥੀ, ਉਹ ਖਾਲਸੇ ਨੇ ਤੇ ਲੱਖਾਂ ਹਾਥੀ ਗੁਲਾਮਾਂ ਨੂੰ ਦਿਆ ਕਰਨੇ ਨੇ। ਗੁਲਾਮਾਂ ਨੂੰ ਯਾਨੀ ਜਿਹੜੇ ਸਾਡੀ ਸੇਵਾ ਕਰਿਆ ਕਰਨਗੇ, ਸਾਡਾ ਰਾਜ ਹੋਵੇਗਾ, ਅਸੀਂ ਬਾਦਸ਼ਾਹ ਹੋਵਾਂਗੇ ਤੇ ਅਸੀਂ ਹਾਥੀ ਵੰਡਿਆ ਕਰਾਂਗੇ। ਇਹ ਹਾਥੀ ਕੀ ਚੀਜ਼ ਹੈ? ਆਪਾਂ ਲੱਖਾਂ ਹਾਥੀ ਖਾਲਸੇ ਦੇ ਰਾਜ ਵਿੱਚ ਗਰੀਬਾਂ ਨੂੰ ਦਿਆ ਕਰਾਂਗੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹ ਬਾਬਾ ਤਾਰਾ ਸਿੰਘ ਜੀ ਦੇ ਬਚਨ ਸਨ ਕਿ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਹਾਥੀ ਦਿਆ ਕਰਦੇ ਸਨ, ਘੋੜੇ ਦਿਆ ਕਰਦੇ ਸਨ, ਵੰਡਿਆ ਕਰਦੇ ਸਨ। ਉਹ ਬਚਨ ਉਹਨਾਂ ਸ਼ਹੀਦਾਂ ਸਿੰਘਾਂ ਦੇ ਪੂਰੇ ਹੋਏ, ਸਰਦਾਰੀਆਂ ਮਿਲੀਆਂ ਖਾਲਸੇ ਨੂੰ। ਬਾਬਾ ਤਾਰਾ ਸਿੰਘ ਕਹਿੰਦੇ ਇਹ ਕੀ ਕੱਟਾ ਜਿਹਾ ਹੈ, ਆਪਾਂ ਤੇ ਹਾਥੀਆਂ ਦੇ ਮਾਲਕ ਬਾਦਸ਼ਾਹ ਬਣਾਂਗੇ ਤੇ ਹਾਥੀ ਵੰਡਿਆ ਕਰਾਂਗੇ, ਆਪਣੇ ਗੁਲਾਮਾਂ ਨੂੰ ਕਿਹਾ ਕਰਾਂਗੇ ਹਾਥੀਆਂ ਤੇ ਚੜੋ। ਸਾਡੇ ਜਿਹੜੇ ਗੁਲਾਮ ਹੋਣਗੇ, ਸਾਡੇ ਸੇਵਕ ਹੋਣਗੇ, ਸੇਵਾਦਾਰ, ਉਹ ਵੀ ਹਾਥੀਆਂ ਦੀ ਸਵਾਰੀ ਕਰਿਆ ਕਰਨਗੇ। ਹਾਥੀ ਫਿਰ ਜਬ ਖਾਲੀ ਗਇਓ। ਜਦੋਂ ਹਾਥੀ ਖਾਲੀ ਹੋ ਗਿਆ, ਉਹਦਾ ਜਰਨੈਲ ਮਾਰਿਆ ਗਿਆ, ਉਹਦਾ ਹੌਦਾ ਖਾਲੀ ਕਰ ਦਿੱਤਾ ਬਾਬੇ ਲਖਮੀਰ ਸਿੰਘ ਨੇ। ਦਲ ਤੁਰਕਨ ਕੋ ਭਾਜ ਖਾਏ ਗਇਓ। ਤੁਰਕਾਂ ਦਾ ਦਲ ਭਾਜੜ ਪੈ ਗਈ, ਉਹਨਾਂ ਦਾ ਹੌਸਲਾ ਟੁੱਟ ਗਿਆ। ਉਹ 2200 ਬੰਦੇ, ਇਹਨਾਂ 22 ਸਿੰਘਾਂ ਚੋਂ ਅੱਧੇ ਉਹ ਵੀ ਸ਼ਹੀਦ ਹੋ ਚੁੱਕੇ ਸਨ, ਉਹਨਾਂ ਨੇ ਭਜਾ ਦਿੱਤੇ ਰਣ ਤੱਤੇ ਵਿੱਚੋਂ। ਤੋ ਮੋਮਨ ਖਾਂ ਪੂਰਬੀਏ ਬੁਲਾਏ। ਤੇ ਫਿਰ ਮੋਮਨ ਖਾਂ ਨੇ ਆਪਣੇ 2 ਪੂਰਬੀਏ ਜਰਨੈਲ, ਪੂਰਬੀਏ ਯਾਨੀ ਭਈਏ, ਇੱਧਰ ਦੇ ਯੂਪੀ ਬਿਹਾਰ ਦੇ ਸੀਗੇ, ਉਹ ਵੀ ਨੌਕਰੀ ਕਰਦੇ ਸੀ ਨਾ ਉਦੋਂ, ਉਹ 2 ਜਰਨੈਲ ਅੱਗੇ ਤੋਰੇ। ਹੁਤੇ ਹਜ਼ਾਰੀ ਖਿਤਾਬ ਜਿਨ ਪਾਏ। ਜਿਨ੍ਹਾਂ ਨੂੰ ਹਜ਼ਾਰੀ ਦਾ ਖਿਤਾਬ ਸੀ। ਇੱਕ ਹੁੰਦਾ ਹਜ਼ਾਰੀ, ਇੱਕ ਹੁੰਦਾ 5 ਹਜ਼ਾਰੀ, ਇੱਕ 10 ਹਜ਼ਾਰੀ, 20 ਹਜ਼ਾਰੀ, ਇਦਾਂ ਖਿਤਾਬ ਹੁੰਦੇ। ਉਹ ਜਿਹੜੇ ਪੂਰਬੀਏ ਸੀ ਬਿਹਾਰ ਦੇ, ਯੂਪੀ ਦੇ, ਉਹਨਾਂ ਦੇ ਖਿਤਾਬ ਸਨ ਹਜ਼ਾਰ ਦੇ। ਹਾਂਜੀ, ਦੋਹਰਾ ਸਿੰਘਨ ਪੈ ਗੜ ਨਹਿ ਹੁਤੋ ਜਿਤ ਕੀ ਓਟ ਲੜਾਹੇ। ਖਾਲਸਾ ਜੀ ਉਸ ਵੇਲੇ ਸਿੰਘਾਂ ਕੋਲ ਕੋਈ ਕਿਲਾ ਤਾਂ ਹੈ ਨਹੀਂ ਸੀ ਜਿਹਦੀ ਓਟ ਵਿੱਚ ਉਹ ਲੜ ਰਹੇ ਸਨ, ਉਹ ਤਾਂ ਰੜੇ ਮੈਦਾਨ ਲੜ ਰਹੇ ਸਨ। ਉਠ ਨਠ ਰੋਹੀ ਮਦ ਛਿਪਹਿ ਕੇ ਖੂਹਨ ਖੱਡਨ ਮਾਹੇ। ਨਾ ਉਹਨਾਂ ਕੋਲ ਉਸ ਵੇਲੇ ਕੋਈ ਪੜਦਾ ਸੀ, ਇਹੀ ਸੀ ਕਿਲਾ, ਛੋਟਾ ਜਿਹਾ ਘਰ ਹੀ ਸੀਗਾ, ਉਹ ਡੇਰਾ ਸੀ ਛੋਟਾ ਜਿਹਾ, ਜਾਂ ਖੂਹ ਸੀਗੇ, ਜਾਂ ਮਾੜੀਆਂ ਮੋਟੀਆਂ ਖੱਡਾਂ ਖੇਤਾਂ ਦੇ ਬੰਨੇ ਹੁੰਦੇ ਉੱਚੇ ਨੀਵੇਂ, ਉਹਦੇ ਆਸਰੇ ਨਾਲ ਹੀ ਗੋਲੀ ਚਲਾ ਲੈਣੀ, ਤੀਰ ਚਲਾ ਲੈਣਾ। ਇਦਾਂ ਦਾ ਸਮਾਂ ਸੀਗਾ ਉਸ ਵੇਲੇ। ਹਾਂਜੀ, ਮਨਸਾ ਰਾਮ ਔ ਦਇਆ ਰਾਮ ਜਿਨ ਕੋ ਥੋ ਯਹ ਨਾਮ। ਇਹ ਜਿਹੜੇ ਪੂਰਬੀਏ ਜਰਨੈਲ ਸਨ ਤੁਰਕਾਂ ਦੇ, ਇੱਕ ਦਾ ਨਾਮ ਸੀ ਮਨਸਾ ਰਾਮ, ਇੱਕ ਦਾ ਨਾਮ ਸੀ ਦਇਆ ਰਾਮ। ਇਹ ਯੂਪੀ ਬਿਹਾਰ ਦੇ ਸਨ, ਪਰ ਨੌਕਰੀ ਕਰਦੇ ਸੀ ਲਾਹੌਰ ਸਰਕਾਰ ਦੀ, ਜ਼ਕਰੀਏ ਦੀ। ਇਹ ਦੋਵੇਂ ਜਰਨਲ ਇਕੱਠੇ ਹੋ ਕੇ ਆਏ ਸਿੰਘਾਂ ਨਾਲ ਲੜਨ ਲਈ। ਭੇਜ ਨਾਲ ਬੜ ਫੌਜ ਹੁਤੋ ਕੁੰਦਲਪੁਰ ਕਰ ਧਾਮ। ਇਹ ਕੁੰਦਲਪੁਰ ਦੇ ਰਹਿਣ ਵਾਲੇ ਸਨ ਤੇ ਇੱਥੇ ਇਹਨਾਂ ਦੀ ਫੌਜ ਵਿੱਚ ਨੌਕਰੀ ਸੀ ਤੇ ਉੱਥੇ ਆਪਣੀ ਲਿਆਕਤ ਨਾਲ ਅਫਸਰ ਲੱਗੇ ਹੋਏ ਸਨ। ਚੌਪਈ ਵੈ ਕਰ ਹੱਲਾ ਸਿੰਘਨ ਪਰ ਪਏ। ਸੋ ਇਹ ਦੋਵੇਂ ਹੀ ਦਇਆ ਰਾਮ ਤੇ ਮਨਸਾ ਰਾਮ ਸਿੰਘਾਂ ਤੇ ਭਾਈ ਤਾਰਾ ਸਿੰਘ ਜੀ ਤੇ ਹੱਲਾ ਕਰਕੇ ਪੈ ਗਏ। ਉਤ ਤੈ ਸਿੰਘ ਭੀ ਸਨਮੁਖ ਆਏ। ਇਧਰੋਂ ਸਿੰਘ ਵੀ ਜਿਹੜੇ ਬਚੇ ਖੁਚੇ ਸਨ ਸਾਹਮਣੇ ਆ ਗਏ। ਮਨਸਾ ਰਾਮ ਔ ਦਇਆ ਰਾਮ। ਮਨਸਾ ਰਾਮ ਤੇ ਦਇਆ ਰਾਮ ਜਦੋਂ ਤਾਰਾ ਸਿੰਘ ਦੇ ਸਾਹਮਣੇ ਆਏ, ਮਾਰ ਸਿੰਘਨ ਸੋ ਉਸ ਹੀ ਥਾਮ। ਕਹਿੰਦੇ ਸਿੰਘਾਂ ਨੇ ਉਹ ਵੀ ਦੋਵੇਂ ਝਟਕ ਦਿੱਤੇ, ਮਾਰ ਦਿੱਤੇ ਜਰਨਲ ਦੋਵੇਂ ਹੀ ਵੱਡੇ। ਤੁਰਕਨ ਫੌਜ ਤਹ ਗਈ ਪਰਾਈ। ਤੁਰਕਾਂ ਦੀ ਫੌਜ ਦੇ ਫੇਰ ਪੈਰ ਹਿੱਲ ਗਏ, ਉਹ ਫੇਰ ਪਿਛਾਂ ਨੂੰ ਭੱਜ ਪਏ। ਰਹਿਓ ਮੈਦਾਨ ਸਿੰਘਨ ਕੈ ਪਾਈ। ਸਿੰਘਾਂ ਦੇ ਹੱਥ ਮੈਦਾਨ ਰਹਿ ਗਿਆ। ਤਉ ਦਿਨ ਚੜ੍ਹੈ ਭਇਓ ਉਜਿਆਲਾ। ਇਹਨੇ ਨੂੰ ਦਿਨ ਦਾ ਚੜ੍ਹਾਅ ਹੋ ਗਿਆ। ਲੜਾਈ ਸ਼ੁਰੂ ਹੋਈ ਸੀ ਸਵੇਰੇ 3-4 ਵਜੇ
ਤੇ 2-2.5 ਘੰਟੇ ਗਾਹ ਚ ਲੜਾਈ 'ਚ ਕਈ ਵਾਰੀ ਤੁਰਕ ਅੱਗੇ ਆਏ, ਕਈ ਵਾਰੀ ਪਿੱਛੇ ਆਏ। ਜਦੋਂ ਮਨਸਾ ਰਾਮ ਤੇ ਦਇਆ ਰਾਮ ਮਰੇ ਤੇ ਤੁਰਕ ਭੱਜ ਕੇ ਪਿਛਾਂ ਗਏ, ਉਸ ਵੇਲੇ ਸੂਰਜ ਦੀਆਂ ਕਿਰਨਾਂ ਜ਼ਮੀਨ ਤੇ ਪੈਣੀਆਂ ਸ਼ੁਰੂ ਹੋ ਗਈਆਂ, ਲੋ ਲੱਗ ਗਈ ਕਹਿ ਲੋ। ਹਾਂਜੀ, ਮੁੜ ਤੁਰਕਨ ਕੀਓ ਖੇਤ ਸੰਭਾਲਾ, ਜਦੋਂ ਲੋ ਲੱਗੀ ਤੁਰਕਾਂ ਨੇ ਵੇਖਿਆ ਆਪਣੇ ਮੈਦਾਨੇ ਜੰਗ ਵੱਲ, ਕੋ ਕਿਤੈ ਸਿੰਘ ਦਿਸੈ ਖੜਾ, ਕੋਈ ਸਿੰਘ ਖੜਾ ਦਿਸਦਾ ਸੀ, ਕੋਈ ਇੱਧਰ ਖੜਾ ਸੀ ਕਿੱਲਾ, ਕੋਈ ਇੱਧਰ ਖੜਾ ਸੀ, ਕੱਲੇ ਕੱਲੇ ਸਿੰਘ ਸੀਗੇ। ਤੇ ਉਹਨਾਂ ਨੇ ਨਿਗਾਹ ਮਾਰੀ ਵੀ ਸਿੰਘ ਤਾਂ ਥੋੜੇ ਹੀ ਹਨ, ਅਸੀਂ ਤਾਂ ਸਮਝਦੇ ਸੀ ਪਤਾ ਨਹੀਂ ਕਿੰਨੇ ਕੁ ਹੋਣਗੇ, ਇਹ ਤਾਂ ਥੋੜੇ ਹੀ ਸਿੰਘ ਹਨ। ਔਰ ਮਾਰਿਓ ਆਓ ਦੇਖਿਓ ਪੜਾ, ਕਈ ਸਿੰਘ ਮਰੇ ਪਏ ਸ਼ਹੀਦ ਹੋਏ ਪਏ ਨੇ ਤੇ ਕਈ ਅਜੇ ਖੜੇ ਨੇ। ਵੈ ਦੂਰੋਂ ਹੀ ਬੰਦੂਕ ਚਲਾਵੈ, ਉਹ ਹੁਣ ਦੂਰੋਂ ਹੀ ਗੋਲੀਆਂ ਚਲਾਉਣ ਲੱਗੇ। ਉਠ ਨੇੜ ਢੁਕੈ ਤੇ ਛਿਹਾਨ ਪਾਵੈ, ਉਹ ਕਹਿੰਦੇ ਜੇ ਨੇੜੇ ਆਉਂਦੇ ਡਰ ਲੱਗਦਾ ਸੀ ਉਹਨਾਂ ਨੂੰ ਸਿੰਘਾਂ ਤੋਂ, ਉਹ ਡਰਦੇ ਸੀ ਵੀ ਇਹ ਸਿੰਘ ਬੜੀ ਬੁਰੀ ਬਲਾ ਨੇ, ਇਹ ਕੱਲਾ ਕੱਲਾ ਦਸਾਂ ਨੂੰ ਝਟਕ ਦਿੰਦਾ ਹੈ, ਇਸ ਕਰਕੇ ਦੂਰੋਂ ਹੀ ਗੋਲੀਆਂ ਦਾਗਦੇ ਸਿੰਘਾਂ ਤੇ। ਬਾਕੀ ਮਾਰ ਸਿੰਘ ਇਮ ਦਏ, ਇਸ ਤਰ੍ਹਾਂ ਸਾਧ ਸੰਗਤ ਜੀ ਬਾਕੀ ਸਿੰਘ ਲੜ ਕੇ ਸ਼ਹੀਦ ਹੋ ਗਏ। ਫਿਰ ਢੁਕ ਸਬਣ ਤੇ ਸਿਰ ਕੱਟ ਲਏ, ਜਦੋਂ ਭਾਈ ਤਾਰਾ ਸਿੰਘ ਜੀ ਤੇ ਉਹਨਾਂ ਦੇ ਸਾਥੀ ਲਖਮੀਰ ਸਿੰਘ ਜੀ ਘਰਿਆਲੇ ਵਾਲਾ, ਬਾਕੀ ਅਮਰ ਸਿੰਘ ਜੀ, ਭੀਮਾ ਸਿੰਘ ਜੀ, ਇਹ ਸਾਰੇ ਸਿੰਘ ਦਿਨ ਦੇ ਚੜ੍ਹਾਅ ਤੱਕ ਲੜਦੇ ਲੜਦੇ ਪੁਰਜਾ ਪੁਰਜਾ ਕੱਟ ਮਰੈ, ਕਬੂ ਨਾ ਛਾੜੈ ਖੇਤ। ਜਦੋਂ ਇਹ ਧਰਤੀ ਤੇ ਡਿੱਗੇ ਸ਼ਹੀਦ ਹੋ ਗਏ, ਮੋਮਨ ਖਾਂ ਨੇ ਇਹਨਾਂ 22 ਸਿੰਘਾਂ ਦੇ ਸੀਸ ਵੱਢ ਲਏ। ਇਮ ਤਾਰੈ ਸਿੰਘ ਸ਼ਹੀਦੀ ਪਾਈ, ਭਾਈ ਤਾਰਾ ਸਿੰਘ ਜੀ ਉਹਨਾਂ ਦੇ ਸਾਥੀ ਸਿੰਘਾਂ ਦੇ ਸਿਰ ਲੈ ਕੇ ਜ਼ਕਰੀਆ ਖਾਨ ਕੋਲ ਮੋਮਨ ਖਾਂ ਨੇ ਜਾਣਾ ਸੀਗਾ। ਭਾਈ ਤਾਰਾ ਸਿੰਘ ਦਾ ਤੇ ਉਹਦੇ ਸਾਥੀਆਂ ਦਾ ਸੀਸ ਵੱਢ ਕੇ ਲੈ ਗਏ, ਧੜ ਛੱਡ ਗਏ। ਤੇ ਖਾਲਸਾ ਜੀ ਬਹੁਤ ਸਾਰੇ ਤੁਰਕ ਉਸ ਜੰਗ 'ਚ ਮਾਰੇ ਗਏ, ਬਹੁਤ ਸਾਰੇ ਜ਼ਖਮੀ ਹੋਏ, ਵੱਡੇ ਵੱਡੇ ਜਰਨੈਲ ਤੱਕੀ ਬੇਗ ਵਰਗੇ ਮਾਰੇ ਗਏ, ਜ਼ਖਮੀ ਹੋ ਗਏ। ਤੇ ਇਸ ਤਰ੍ਹਾਂ ਭਾਈ ਤਾਰਾ ਸਿੰਘ ਜੀ ਸ਼ਹੀਦੀ ਪਾ ਗਏ। ਸਿੰਘ ਨਿਭੇ ਉਸ ਸੰਗ ਸਭ ਬਾਈ, 22